ज्ञान जन गुर दिया, अज्ञान नीर विनाश। हर कृपा ते संत पीटिया, नानक मन प्रगास। जेता जियो पिंड सब तेरा, तू अंतरजामी पुरख भगवान। दासन दास कह जन नानक, जेहा तुम कराहै तेहा हो करी बख्यान। दासन दास कह जन नानक, जेहा तू कराहै तेहा करी बख्यान। छतर चौरत दे मालक दसवें पातशाहियों के स्वरूप, हाजरा हजूर याहरा जहूर, जुगो जुगे अटल आद श्री गुरु ग्रंथ साहिब महाराज। सतगुरु सच्चे पातशाह जी के मुबारक पवित्र दरबार विखे सुभाईमान गुरु स्वरूप सतसंगी जन फतेह अरजै। वाहिगुरू जी का खालसा, वाहिगुरू जी की फतेह। मानयोग सतसंगी जन, अज जो 6 जून का दिहाड़ा है, हर दो आलम शाही शहनशाह मीरी पीरी दे मालक धन श्री गुरु हरगोबिंद साहिब महाराज जी का प्रकाश पुरब है, प्रकाश दिहाड़ा है। धन गुरु हरगोबिंद साहिब महाराज जी का जीवन एक समुंदर तो भी ज्यादा गहर गंभीर है। सतगुरु दे जीवन जे कोई विचारना चाहे तो कई जन्म लग सकते हैं, पर फिर भी कुछ न कुछ सतगुरु जी के जीवन विचों किणका मात्र आप जी दे नाल साझा पाउणियां ने। मान लो सतसंगी जनों, बहुत समा कई सदियां गुजर गईयां। सिख जगत दे विच जदों गुरु साहिबाना दे प्रकाश दिवस आउंदे ने, जां गुरु साहिबाना दे गद्दी नशीन, जां उन्हां दे विवाह आनंद कारज वाले दिन, जां फिर ज्योति जोत समावना जां शहीदी दिहाड़ा आउणा, इन्हां दिनां दे उत्ते हर इंसान बार बार हर साल उही इतिहास सुणाउंदा है ते सुनने वाले भी उही इतिहास सुनते हैं। ये गल ठीक है, जिसका ब्याह है घोड़ियां उसदियां गाइयां जा सकदियां ने, पर मेरे ख्याल मुताबिक हर साल वार वार उही हिस्टरी, उही साखियां लंबियां लंबियां रोचक बना के सुनाई जानियां ते सुनी जानियां। इहदे नालों वधिया गल यह है कि गुरु साहब जी ने जो सानू सुनहरी उपदेश बख्शिश कीते ने, जो गुरु साहब जी ने साडे वास्ते अच्छे वधिए पूरने पाए ने, उन्हां सुनहरी उपदेशां नूं ते वधिया जिहड़े पूरने पाए गए ने उन्हां दी घोख कीती जावे
ਤੇ ਉਹਨਾਂ ਨੂੰ ਹਿਰਦੇ ਵਿੱਚ ਵਸਾ ਕੇ ਉਹਦੇ ਮੁਤਾਬਕ ਜੀਵਨ ਬਣਾਇਆ ਜਾਵੇ ਤਾਂ ਕਿ ਗੁਰੂ ਸਾਹਿਬ ਜੀ ਦੇ ਪੁਰਬ ਮਨਾਉਣੇ ਸਫਲ ਹੋ ਜਾਣ। ਜੇ ਅਸੀਂ ਇਹੀ ਕਰਦੇ ਰਹੇ, ਹਰ ਇੱਕ ਪੁਰਬ ਤੇ, ਹਰ ਇੱਕ ਸ਼ਹੀਦੀ ਦਿਹਾੜੇ ਤੇ, ਹਰ ਇੱਕ ਗੁਰੂ ਸਾਹਿਬ ਜੀ ਦੇ ਗੱਦੀ ਨਿਸ਼ਾਨੀ ਪੁਰਬ ਤੇ ਗੁਰੂ ਘਰਾਂ ਚਾਹੇ ਦੀਵਾਨ ਸਜੇ, ਹਰ ਸਾਲ ਦੀ ਤਰ੍ਹਾਂ ਉਹੀ ਇਤਿਹਾਸ ਸੁਣਾਇਆ ਤੇ ਸੁਣਿਆ, ਭੋਜਨ ਪਦਾਰਥ ਲੰਗਰ ਛਕੇ ਤੇ ਘਰ ਚਲੇ ਗਏ, ਇਹਦੇ ਨਾਲ ਕੋਈ ਬਹੁਤ ਵੱਡਾ ਲਾਭ ਨਹੀਂ ਹੋਵੇਗਾ। ਜੇ ਲਾਭ ਲੈਣੇ ਸਿੱਖ ਜਗਤ ਨੇ ਤੇ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਸੁਨਹਿਰੀ ਅਸੂਲ ਬਖਸ਼ੇ ਨੇ, ਜੋ ਗੁਰੂ ਸਾਹਿਬ ਜੀ ਨੇ ਪੂਰਨੇ ਪਾਏ ਨੇ, ਉਹਨਾਂ ਸੁਨਹਿਰੀ ਅਸੂਲਾਂ ਨੂੰ ਆਪਣੇ ਜੀਵਨ ਵਿੱਚ ਅਸੀਂ ਵਰਤਾ ਲਈਏ, ਉਹਨਾਂ ਮੁਤਾਬਕ ਜੀਵਨ ਬਣਾ ਲਈਏ, ਗੁਰੂ ਕੇ ਪਾਏ ਪੂਰਨਿਆਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਡਾ ਕੋਈ ਜੀਵਨ ਸਫਲ ਹੋ ਸਕੇ। ਸੋ ਲੰਬੀਆਂ ਲੰਬੀਆਂ ਰੌਚਕ ਗੁਰੂ ਦੀਆਂ ਹਿਸਟਰੀ ਦੀਆਂ ਸਾਖੀਆਂ ਸੁਣਾ ਕੇ ਤੇ ਦੀਵਾਨਾਂ ਦੀ ਸਮਾਪਤੀ ਕਰ ਦੇਣੀ ਤੇ ਸੁਣਨ ਵਾਲਿਆਂ ਨੇ ਘਰਾਂ ਨੂੰ ਚਲੇ ਜਾਣਾ, ਕੋਈ ਵੱਡਾ ਲਾਭ ਨਹੀਂ। ਗੁਰੂ ਕੇ ਸੁਨਹਿਰੀ ਅਸੂਲਾਂ ਦੇ ਵਿੱਚੋਂ ਕੁਝ ਕੁ ਅੱਜ ਮੈਂ ਆਪ ਜੀ ਦੇ ਨਾਲ ਵਿਚਾਰਾ ਕਰਾਂਗਾ। ਬਹੁਤੀ ਹਿਸਟਰੀ ਆਪ ਜੀ ਦੇ ਨਾਲ ਨਹੀਂ ਵਿਚਾਰਨੀ। ਮਾਨਯੋਗ ਸਤ ਸੰਗੀ ਜਨੋ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 1595 ਦੇ ਅੰਦਰ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਸਤਿਕਾਰਯੋਗ ਮਾਤਾ ਗੰਗਾ ਜੀ, ਉਹਨਾਂ ਦੀ ਪਾਵਨ ਪਵਿੱਤਰ ਕੋਖ ਤੋਂ ਗੁਰੂ ਕੀ ਵਡਾਲੀ ਵਿਖੇ ਛੇਵੇਂ ਪਾਤਸ਼ਾਹ ਨੇ 1595 ਜੂਨ ਦੇ ਮਹੀਨੇ ਵਿੱਚ ਪ੍ਰਗਟ ਹੋਏ ਪ੍ਰਕਾਸ਼ ਸਤਿਗੁਰੂ ਜੀ ਦਾ ਵਡਾਲੀ ਵਿਖੇ ਹੋਇਆ, ਮਾਤਾ ਗੰਗਾ ਜੀ ਦੀ ਪਵਿੱਤਰ ਕੋਖ ਤੋਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਬੁੱਢਾ ਜੀ ਦੀ ਦੇਖ ਰੇਖ ਦੇ ਵਿੱਚ, ਭਾਈ ਪਿਰਾਗਾ ਜੀ ਦੀ ਦੇਖ ਰੇਖ ਦੇ ਵਿੱਚ, ਇਹਨਾਂ ਗੁਰਮੁਖ ਪਿਆਰਿਆਂ ਸਿੱਖਾਂ ਦੀ ਦੇਖ ਰੇਖ ਵਿੱਚ ਸਤਿਗੁਰੂ ਜੀ ਨੇ ਅੱਖਰੀ ਵਿਦਿਆ, ਘੋੜ ਸਵਾਰੀ, ਸ਼ਾਸਤਰ ਵਿਦਿਆ, ਬਾਣੀ ਦਾ ਅਧਿਐਨ ਕਰਨਾ, ਇਹ ਬਾਬਾ ਬੁੱਢਾ ਜੀ ਦੀ ਦੇਖ ਰੇਖ ਹੇਠਾਂ ਪ੍ਰਾਪਤ ਕੀਤਾ ਤੇ 1606 ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਲਾਹੌਰ ਦੇ ਅੰਦਰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਗਏ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਮਰ 11 ਸਾਲ ਦੀ ਸੀ। ਸਤਿਗੁਰੂ ਘਬਰਾਏ ਨਹੀਂ, ਸਤਿਗੁਰੂ ਜੀ ਡੋਲੇ ਨਹੀਂ। ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗੱਦੀ ਨਸ਼ੀਨ ਕੀਤਾ ਗਿਆ ਨਾ, ਇਤਿਹਾਸਕਾਰਾਂ ਦੇ ਦੋ ਵਿਚਾਰ ਨੇ। ਕੋਈ ਇਤਿਹਾਸਕਾਰ ਕਹਿੰਦੇ ਕਿ ਸਤਿਗੁਰੂ ਜੀ ਆਪਣੇ ਹੱਥੀਂ ਗੁਰਗੱਦੀ ਛੇਵੇਂ ਪਾਤਸ਼ਾਹ ਨੂੰ ਦੇ ਕੇ ਗਏ, ਤੇ ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਸ਼ਹੀਦੀ ਤੋਂ ਬਾਅਦ ਗੱਦੀ ਨਿਸ਼ੀਨੀ ਹੋਈ। ਰਹੋ ਵਿਚਾਰ ਕਹਿੰਦੇ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 11 ਸਾਲ ਦੀ ਉਮਰ ਹੈ
ਤੇ ਸਤਿਗੁਰੂ ਜੀ ਨੂੰ ਗੱਦੀ ਨਸ਼ੀਨ ਹੋਏ ਤੇ ਜੋ ਪਹਿਲੀ ਮਰਿਆਦਾ ਚੱਲਦੀ ਆ ਰਹੀ ਸੀ, ਸੈਲੀ ਟੋਪੀ ਆਦਿਕ ਪਹਿਨਾਉਣ ਦੀ, ਜਿਸ ਵੇਲੇ ਉਹ ਲਿਆਂਦੀ ਗਈ ਤੇ ਸਤਿਗੁਰੂ ਜੀ ਨੇ 11 ਸਾਲ ਦੀ ਉਮਰ ਵਿੱਚ ਇਹ ਹੁਕਮ ਕੀਤਾ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਵੀ ਮੁਖੀ ਸਿੱਖ ਨੇ ਵੀ ਬਾਬਾ ਜੀ ਇਸ ਸੈਲੀ ਤੇ ਟੋਪੀ ਨੂੰ ਤੋਸ਼ੇਖਾਨੇ ਵਿੱਚ ਰਖਾ ਦਿਓ। ਹੁਣ ਅਸੀਂ ਇੱਕ ਸੁੰਦਰ ਵਧੀਏ ਦਸਤਾਰ, ਪੱਗ ਜਿਹਨੂੰ ਆਪਾਂ ਕਹਿੰਦੇ ਨੇ, ਉਹ ਸਜਾਵਾਂਗੇ ਤੇ ਸਾਡੇ ਵਾਸਤੇ 2 ਸ੍ਰੀ ਸਾਹਿਬਾਂ ਕਿਰਪਾਨਾਂ ਲਿਆਂਦੀਆਂ ਜਾਣ। ਗੁਰੂ ਕੇ ਹੁਕਮ ਦੀ ਤਾਮੀਲ ਕੀਤੀ ਗਈ, ਦਸਤਾਰਾ ਸਜਾਇਆ ਗਿਆ ਸਤਿਗੁਰੂ ਜੀ ਨੇ ਤੇ 2 ਕਿਰਪਾਨਾਂ ਮੀਰੀ ਤੇ ਪੀਰੀ ਦੀਆਂ ਪਹਿਨੀਆਂ। ਕਈ ਵਾਰੀ ਕਈ ਵੀਰੇ ਕਹਿ ਦਿੰਦੇ ਨੇ ਵੀ ਬਾਬਾ ਬੁੱਢਾ ਜੀ ਨੇ ਗਲਤੀ ਦੇ ਨਾਲ ਇੱਕ ਸ੍ਰੀ ਸਾਹਿਬ ਪਨਾਹ ਦਿੱਤੀ ਤੇ ਸਤਿਗੁਰੂ ਕਹਿਣ ਲੱਗੇ ਇੱਧਰ ਨਹੀਂ ਦੂਜੇ ਪਾਸੇ ਪਹਿਨੇ ਸੀ, ਲਾਉਣ ਲੱਗੇ ਕਹਿਣ ਲੱਗੇ ਇੱਕ ਹੋਰ ਲਿਆਓ। ਇਹ ਤੇ ਐਵੇਂ ਮਨ ਘੜਤ ਜੀ ਗੱਲ ਹੈ। ਸਤਿਗੁਰੂ ਜੀ ਨੇ ਖੁਦ ਕਿਹਾ ਵੀ 2 ਕਿਰਪਾਨਾਂ ਸ੍ਰੀ ਸਾਹਿਬ ਲਿਆਂਦੇ ਜਾਣ, ਮੀਰੀ ਤੇ ਪੀਰੀ ਦੀਆਂ। ਅਸਾਂ ਨੇ ਹੁਣ 2 ਸ੍ਰੀ ਸਾਹਿਬ ਪਹਿਨਣੇ ਨੇ। ਸਾਡੇ ਪਿਤਾ ਜੀ ਵੀ ਕਹਿ ਗਏ ਸਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੀ ਬੇਟਾ ਸ਼ਾਸਤਰ ਬੱਧ ਹੋਣਾ, ਸ਼ਾਸਤਰ ਧਾਰਨ ਕਰਨੇ ਨੇ, ਅਸਾਂ ਦਾ ਸੀਸ ਲੱਗਣਾ, ਅਸਾਂ ਸ਼ਹੀਦੀ ਦੇਣੀ ਹੈ, ਸਾਡੇ ਤੋਂ ਬਾਅਦ ਕੌਮ ਦੀ ਅਗਵਾਈ ਕਰਨੀ ਹੈ। ਜਿਤਨੀ ਦੇਰ ਜ਼ਾਲਮ ਦਾ ਰਾਜ ਨਾਸ ਨਹੀਂ ਹੋ ਜਾਂਦਾ, ਜ਼ਾਲਮ ਜ਼ੁਲਮ ਕਰਨ ਤੋਂ ਨਹੀਂ ਹਟ ਜਾਂਦਾ, ਉਤਨੀ ਦੇਰ ਸ਼ਾਸਤਰਾਂ ਦੀ ਵਰਤੋਂ ਕਰਨੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿਸ ਵੇਲੇ ਤਖਤ ਨਸ਼ੀਨੀ ਹੋਈ ਤੇ ਬਹੁਤ ਸੁੰਦਰ ਲਿਖਿਆ, ਸੱਚਾ ਤਖਤ ਸੁਹਾਇਓ ਸਰੀ ਗੁਰੂ ਪਾਏ ਕੈ, ਸ਼ਬ ਵਰਨੀ ਨਹਿ ਜਾਏ, ਕਹੋ ਕਿਆ ਗਾਏ ਕੈ। ਨੱਥਾਂ ਤੇ ਅਬਦੁੱਲ ਹੋਏ ਨੇ ਜਿਨ੍ਹਾਂ ਨੇ ਗੁਰੂ ਕੀ ਹਜ਼ੂਰੀ ਵਿਖੇ ਢਾਡੀ 12 ਗਾਈਆਂ ਨੇ ਗੁਰੂ ਸਾਹਿਬ ਜੀ ਦੇ ਹੁਕਮ ਤੇ। ਉਹ ਕਹਿੰਦੇ ਨੇ ਸੱਚਾ ਤਖਤ ਸੁਹਾਇਓ ਸ੍ਰੀ ਗੁਰੂ ਪਾਏ ਕੈ, ਸ਼ਬ ਵਰਨੀ ਨਹਿ ਜਾਏ, ਕਹੋ ਕਿਆ ਗਾਏ ਕੈ। ਰਵ ਸਸ ਭੈ ਮਲੀਨ ਸੋ ਦਰਸ ਦਿਖਾਏ ਕੈ, ਸ੍ਰੀ ਗੁਰੂ ਤਖਤ ਬਿਰਾਜੈ ਪ੍ਰਭੂ ਧਿਆਏ ਕੈ। ਮੀਰ ਅਬਦੁੱਲ ਓ ਨੱਥਾ ਜਸ ਕਹਿ ਬਣਾਏ ਕੈ। ਸ੍ਰੀ ਗੁਰੂ ਤਖਤ ਬਿਰਾਜੇ ਪ੍ਰਭੂ ਧਿਆਏ ਕੈ, ਮੀਰ ਅਬਦੁੱਲ ਓ ਨੱਥਾ ਜਸ ਕਹਿ ਬਣਾਏ ਕੈ। ਸਤਿਗੁਰੂ ਜੀ ਤਖਤ ਦੇ ਉੱਤੇ ਨਸ਼ੀਨ ਹੋਏ, ਸਤਿਗੁਰੂ ਜੀ ਗੱਦੀ ਨਸ਼ੀਨ ਹੋਏ, 2 ਸ੍ਰੀ ਸਾਹਿਬਾਂ ਪਹਿਨੀਆਂ। ਉਸ ਤੋਂ ਉਪਰੰਤ ਸਤਿਗੁਰੂ ਜੀ ਨੇ ਦਸਤਾਰ ਸਜਾਈ, ਉਸ ਤੋਂ ਉਪਰੰਤ ਕਲਗੀ ਵੀ ਸਤਿਗੁਰੂ ਜੀ ਨੇ ਲਾਈ। ਗੁਰਮੁਖ ਪਿਆਰਿਓ, ਸਤਿਗੁਰੂ ਜੀ ਨੇ ਫਿਰ ਜਿਸ ਨੇ 2 ਤਲਵਾਰਾਂ ਪਹਿਨੀਆਂ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ, ਸਤਿਗੁਰੂ ਜੀ ਨੇ ਤਲਵਾਰ ਪਹਿਨੀ ਤੇ ਉਸ ਵੇਲੇ ਦਾ ਜੋ ਨਜ਼ਾਰਾ ਸੀ, ਉਸ ਵੇਲੇ ਦਾ ਜੋ ਦ੍ਰਿਸ਼ ਸੀ, ਇੱਕ ਦੇਖਣ ਵਾਲਾ ਸੀ। ਸਿੱਖਾਂ ਦੇ ਮਨ ਦੇ ਅੰਦਰ ਕਈਆਂ ਦੇ ਇਹ ਵੀ ਖਿਆਲ ਉਤਪੰਨ ਹੋ ਰਿਹਾ ਸੀ ਕਿ ਸਤਿਗੁਰੂ ਗੁਰੂ ਨਾਨਕ ਦੀ ਮਰਿਆਦਾ ਨੂੰ ਤਿਆਗ ਰਹੇ ਨੇ, ਪਰ ਸਤਿਗੁਰੂ ਤਿਆਗ ਨਹੀਂ ਸੀ ਰਹੇ। ਸਤਿਗੁਰੂ ਤੇ ਗੁਰੂ ਨਾਨਕ ਦੀ ਮਰਿਆਦਾ ਹੀ, ਜੇ ਕੋਈ ਕਹੇ ਵੀ ਗੁਰੂ ਨਾਨਕ ਸਾਧੂ ਸੰਤ ਦੇ ਰੂਪ ਵਿੱਚ ਸਾਰੀ ਉਮਰ ਰਹੇ ਨੇ, ਇਹ ਗਲਤ ਹੈ। ਗੁਰੂ ਨਾਨਕ ਜੀ ਤੇ ਇਨਕਲਾਬੀ ਸਨ, ਉਹਨਾਂ ਨੇ ਤੇ ਇਨਕਲਾਬ ਲਿਆਂਦਾ।
ये कोई इनकलाबी ही कह सकता है भई बाबर नूं जाबर इनकलाबी कह सकता है, कोई संत महात्मा थोड़ो कहता है। धन गुरु नानक देव महाराज कह सकते ने राजे छी मुकदम कुत्ते जाए जगायन बैठे सुते चाकर नहदा पायन घाओ रत पित कुत्ते हो चट जाओ। ये धन गुरु नानक देव महाराज क्रांतिकारी सन। उन्होंने बचन बाणी जो तो प्रेम खेलन का चाओ सिर धर तले गली मरियाओ। उन्होंने उपदेशी बारह के वधीक के अंदर एक बचन होता है। सतगुरु जी दे बचन सन पे जिन्हां ने साडे को आउणा वो अपना आपा वारन वास्ते आवे, बचाउण वास्ते नहीं आवे। ते कईयां दा यह ख्याल है कि गुरु हरगोबिंद साहब महाराज जी ने ये जो सियासत आरंभ की, जो राज भाग वाले चिन्ह रखे, ये गुरु साहब तो काम वखरा सी नहीं भाई। गुरु साहब गुरु नानक वाली जोत हन। गुरु हरगोबिंद साहब महाराज गुरबाणी का फैसला जो तोहा जुगत साए सहकाया फिर पलटिया। सत्ता ते बलवंड कहते उही जोत है, जुगत मैथड भी उही है, सिर्फ शरीर का ही फर्क है। जोत उही है, जोत नहीं बदली, मैथड भी नहीं बदलिया। जिथे गुरु नानक जी क्रांतिकारी सन, राजा महाराजा के मूँह के उत्ते गल कह देनी, ते धन गुरु अंगद देव साहब महाराज जी ने भी मल खाड़ा जिहड़ा गुरुद्वारा साहब बनिया ना, उत्थे नौजवानों कोलों कुश्तियां करवाया करते सन, घोल करवाया करते सन। उन्होंने पता सी आने वाले समय दे विच सिख बलवान होने चाहिए ने, सिख जिस्मानी ताकत वाले होने चाहिए ने। इस करके दूसरे पातशाह गुरु अंगद देव साहब महाराज भी कुश्तियां करवाया करते सन। अजकल खंडूर साहब विखे मल खाड़ा गुरुद्वारा साहब मौजूद है। धन गुरु नानक देव साहब महाराज जी की ही स्वरूप दसे पातशाहियां हैं। जे कोई कहे कि गुरु नानक होर सी, गुरु अंगद होर सी, गुरु अमरदास होर सी, ते फिर उहदे वेखण विच फर्क है। भाई नंद लाल जी जोत विकास के अंदर बड़ा सुंदर फरमान करते ने। वो कहते ने हमो रामदासो हमो अर्जन असत, हमो हर गोबिंद अक्रमो आहसन असत। वो कहते कि कोई जोत सी। फिर लिखिया होता है सरी नानक अंगद कर जाना, सरी नानक अंगद कर जाना, अमरदास अंगद पहचाना, अमरदास रामदास कहायो, साधन लखा मूड ना पायो। वही जोत सी धन गुरु नानक देव महाराज वाली। धन गुरु नानक देव साहब महाराज तो ही क्रांति की नींव बनी गई सी। सतगुरु सारे ही सच दे नाल जोड़ रहे सन। सिखां दे अंदर निर्भयता निडरता पैदा कर रहे सन। ते गुरु हरगोबिंद साहब महाराज जी ने जिस वेले तखत ते सजे ते फिर दो तलवारां सतगुरु जी ने पहनियां ते नत्थां ते बडोले जिहड़े ढाडी सन वो गुरु साहब जी की सिफत भी गाउंदे सन। उन्होंने
गुरु साहब जी की सिफत विच दो लाइनां लिखियां। वो कहते दो तलवारां बधियां, एक मीरी दी एक पीरी दी, एक अजमत दी एक राज दी, एक राखी करे वजीर दी, हिम्मत बाहा कोट गढ़, दरवाजा बलक बखीर दी, नाल सिपाही नील नल, मार दुष्टा करे तगीर जी, पग तेरी की जहांगीर जी। गुरु साहब जी की सिफत करते कहते पग तेरी की जहांगीर दी, जहांगीर दी पग तेरे अगे सतगुरु खड़ नहीं सकती। केवल पग बन लेनी, साफा कपड़ा बन लेना ही काफ़ी नहीं, किरदार भी अच्छा होना चाहिए, किरदार भी अच्छा होना चाहिए। तो सतगुरु जी ने तखत सजाया। गुरु अर्जन देव साहब महाराज जी की शहीदी तो बाद छेती ही सतगुरु गद्दी नशीन हुए। ते सतगुरु जी ने 14-15 साल की उम्र के अंदर अकाल बूंगा बनवाया, जिसनूं अकाल तख्त कहा जाता है। यह अकाल बूंगा बनाया, अकाल तख्त सजाया, जिसनूं सतगुरु जी ने, बाबा बुढ़ा साहिब जी ने, भाई गुरदास जी ने, सतगुरु जी ने अपनी हथीं सजाया। ते सतगुरु जी फिर तखत सजा के उस तखत ते सुभाएमान होण लगे। ते गद्दी नशीनी हुंदियां ही सतगुरु जी ने सिख संगतां नूं यह हुक्म कर दिता, भाई जिन्हां ने गुरु घर दियां गुरु दियां खुशियां प्राप्त करनियां है ना, वधिए वधिए शस्त्र, वधिए वधिए घोड़े, नौजवान, वो साडी घोड़े वधिए वधिए शास्त्र भेटा वजों भेटा कीते जाण, ते नौजवान अपने आप नूं साडे कोल लिया के समर्पण करन, तां कि आउण वाला जिहड़ा समय उसका डट के मुकाबला किया जाए, नौजवानों नूं शस्त्रबद्ध किया जाए, नौजवान शस्त्रां दी उन्हां नूं सिखलाई दी जाए। ते सतगुरु सच्चे पातशाह जी ने यह गल कह दी कि जिसने गुरु की खुशियां प्राप्त करनियां, वधिए शस्त्र ते वधिए घोड़े भेटा करन, ते जवान नौजवान गुरु घर विखे भर्ती होण। ते दिनां दे विच ही सतगुरु जी दे कोल नौजवान भर्ती होण लगे। ते इह आके नौजवानां ने बेनती करनी, सतगुरु सानूं कुछ नहीं चाहिदा, 2 साल के सूट चाहिए ने, कुर्ते पजामे, ते 2 टाइम की रोटी चाहिए है। दिनां दे विच सतगुरु जी दे कोल 52 ते 94 योधे नौजवान हो गए। ते दिनां दे विच 500 के करीब नौजवान भर्ती हो गए। ते सतगुरु जी अकाल तखत दे सामने ते दर्शनी ड्योढ़ी हरमंदर साहिब वाली के सामने रोजाना ही सतगुरु जी शाम के टाइम जंगी करतब करवाउण लगे। गतका खेडना, कुश्तियां कराउणियां ते होर शास्त्रां नूं चलाउण दा अभ्यास करना, जंगी अभ्यास कराउणे। ते सतगुरु जी ने सिखां नूं इह कहा, घोड़ सवारी सिखो, शास्त्र चलाउणे सिखो, जंगलां दे विच जाओ, शिकार खेडो, कुश्तियां करो। सतगुरु जी ने यह हुक्म कर दिता। ते गुरु साहब जी ने अकाल तखत तो फिर सतगुरु जी ने सियासत ते धर्म नूं पहला तो ही गुरु नानक ने इकट्ठा किया है, पर सतगुरु जी ने सैन बोट सामने बना दिता। अकाल तखत तो सियासी फैसले ले जाते ने, ते दरबार साहब हरमंदर साहब
ਇੱਥੇ ਸੱਚਖੰਡ ਇਸ ਨੂੰ ਕਿਹਾ ਜਾਂਦਾ। ਇੱਥੇ ਧਰਮ ਦੀ ਗੱਲ ਤੋਂ ਬਗੈਰ ਦੂਜੀ ਗੱਲ ਨਹੀਂ ਹੁੰਦੀ। ਕਈ ਲੋਕ ਕਹਿੰਦੇ ਨੇ ਕਿ ਸਿੱਖਾਂ ਨੇ ਧਰਮ ਤੇ ਸਿਆਸਤ ਨੂੰ ਰਲਾ ਲਿਆ। ਭਾਈ ਇਹ ਤੇ ਗੁਰੂ ਨਾਨਕ ਸਾਹਿਬ ਤੋਂ ਹੀ ਧਰਮ ਤੇ ਸਿਆਸਤ ਚੱਲਦੀ ਆ ਰਹੀ ਹੈ। ਧਰਮ ਤੇ ਸਿਆਸਤ ਮੈਂ ਅੱਗੇ ਵੀ ਆਪ ਨਾਲ ਵਿਚਾਰ ਕੀਤਾ ਸੀ, ਜੇ ਰਾਜ ਦੇ ਵਿੱਚੋਂ ਧਰਮ ਕੱਢ ਦਿੱਤਾ ਜਾਵੇ ਨਾ ਤੇ ਰਾਜ ਇੱਕ ਝੂਠ ਦਾ ਪਲੰਦਾ ਤੇ ਜ਼ਾਲਮ ਜ਼ੁਲਮ ਅਖਤਿਆਰ ਕਰ ਜਾਂਦਾ ਹੈ। ਰਾਜ ਜ਼ਾਲਮ ਦਾ ਰੂਪ ਧਾਰਨ ਕਰ ਲੈਂਦਾ ਹੈ। ਧਰਮ ਬਿਨਾ ਨ ਹੈ ਰਾਜ ਚਲੇ ਹੈ, ਰਾਜ ਬਿਨਾ ਸਭ ਦਲੇ ਮਲੇ ਹੈ। ਸਤਿਗੁਰੂ ਜੀ ਨੇ ਸਿਆਸਤ ਵੀ ਰੱਖੀ ਤੇ ਧਰਮ ਵੀ ਰੱਖਿਆ। ਧਰਮ ਨੂੰ ਰੱਖਿਆ ਉੱਪਰ ਤੇ ਸਿਆਸਤ ਨੂੰ ਰੱਖਿਆ ਥੱਲੇ। ਧਰਮ ਨੂੰ ਉੱਪਰ ਰੱਖਿਆ ਸਤਿਗੁਰੂ ਜੀ ਨੇ। ਹੁਣ ਤੁਸੀਂ ਵੇਖੋ, ਇਹ ਕਦੇ ਖਿਆਲ ਕਰਨਾ, ਜਦੋਂ ਤੁਸੀਂ ਅਕਾਲ ਤਖਤ ਦੀ ਇਮਾਰਤ ਦੇ ਅੰਦਰ ਜਾ ਕੇ ਬੈਠੋਗੇ ਤੇ ਸਾਹਮਣੇ ਵੇਖੋਗੇ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਹੋਣਗੇ। ਅਕਾਲ ਤਖਤ ਤੇ ਜਦੋਂ ਬੈਠੋ ਤੁਸੀਂ ਵੇਖੋ ਤੇ ਦਰਸ਼ਨ ਹੋਣਗੇ। ਤੇ ਜੇ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਬੈਠੋ ਤੇ ਅਕਾਲ ਤਖਤ ਦੇ ਦਰਸ਼ਨ ਨਹੀਂ ਹੁੰਦੇ। ਜੇ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਬੈਠੋ ਤੇ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਦਰਸ਼ਨ ਨਹੀਂ ਹੁੰਦੇ। ਉਹਦਾ ਮਤਲਬ ਸੀ ਇਸ ਹਿਸਾਬ ਨਾਲ ਬਣਾਇਆ ਗਿਆ, ਜੇ ਅਕਾਲ ਦੇ ਤਖਤ ਦੇ ਉੱਤੇ ਗੁਰਸਿੱਖ ਬੈਠਾ ਤੇ ਉਹਦੇ ਸਾਹਮਣੇ ਧਰਮ ਸੱਚਖੰਡ ਸਾਹਮਣੇ ਰਵੇ ਤਾਂ ਕਿ ਉਹ ਗਲਤ ਫੈਸਲੇ ਨਾ ਲਵੇ। ਤੇ ਜਦੋਂ ਸਿੱਖ ਸੱਚਖੰਡ ਦਰਬਾਰ ਸਾਹਿਬ ਦੇ ਅੰਦਰ ਬੈਠੇ ਤੇ ਸਿੱਖ ਦਾ ਮਨ ਭਟਕੇ ਨਾ, ਬਾਹਰ ਨਾ ਜਾਵੇ, ਇਸ ਕਰਕੇ ਗੁਰਸਿੱਖ ਦਰਬਾਰ ਸਾਹਿਬ ਦੇ ਅੰਦਰ ਬੈਠਾ ਤੇ ਅਕਾਲ ਤਖਤ ਦੇ ਦਰਸ਼ਨ ਨਹੀਂ ਹੁੰਦੇ। ਗੁਰਮੁਖ ਪਿਆਰਿਓ, ਇਹ ਬੜੀ ਤਰਤੀਬ ਦੇ ਨਾਲ ਬਣਾਇਆ ਗਿਆ। ਤੇ ਕਈ ਲੋਕ ਕਹਿੰਦੇ ਨੇ ਕਿ ਸਿੱਖਾਂ ਦੀ ਸਿਆਸਤ ਤੇ ਧਰਮ ਵੱਖਰੀ ਹੋਣੀ ਚਾਹੀਦੀ ਹੈ। ਸਿੱਖਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਸ਼ਸਤਰ ਕਿਉਂ ਇਕੱਠੇ ਕੀਤੇ ਨੇ? ਗੁਰਮੁਖ ਪਿਆਰਿਓ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੱਦੀ ਤੇ ਸੁਭਾਏਮਾਨ ਹੁੰਦਿਆਂ ਹੀ ਇਹ ਗੱਲ ਕਹਿਤੀ ਵੀ ਵਧੀਆ ਸ਼ਸਤਰ ਅਕਾਲ ਤਖਤ ਤੇ ਭੇਟਾ ਵਜੋਂ ਆਉਂਦੇ ਸੀ। ਤੇ ਸਤਿਗੁਰੂ ਜੀ ਨੇ ਅਕਾਲ ਤਖਤ ਤੇ ਹੀ ਸ਼ਸਤਰ ਇਕੱਠੇ ਕੀਤੇ। ਇੱਥੋਂ ਹੀ ਸਿਆਸੀ ਫੈਸਲੇ ਰਹਿੰਦੇ ਰਹੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਆਸਤ ਤੇ ਧਰਮ ਦਾ ਸੁਮੇਲ ਕੀਤਾ। ਗੁਰਮੁਖ ਪਿਆਰਿਓ, ਅੱਜ ਦਾ ਸਿੱਖ ਜਿਹੜਾ ਹੈ ਨਾ, ਉਹ ਵੀ ਧਰਮ ਤੇ ਸਿਆਸਤ ਦੇ ਨਾਲ ਜੁੜਿਆ ਹੈ। ਪਰ ਅੱਜ ਦੇ ਸਿੱਖ ਨੇ ਜਿੰਨਾ ਨੁਕਸਾਨ ਕੀਤਾ ਕਦੇ ਹੋਇਆ ਨਹੀਂ। ਸਿੱਖ ਨੇ ਕੀ ਕੀਤਾ? ਧਰਮ ਵੀ ਰੱਖਿਆ ਤੇ ਸਿਆਸਤ ਵੀ ਰੱਖੀ ਹੈ। ਧਰਮ ਕਿਵੇਂ ਸਿੱਖ ਨੇ ਰੱਖਿਆ? ਧਰਮ ਰੱਖਿਆ ਅੱਗੇ, ਉੱਪਰ ਨਹੀਂ ਰੱਖਿਆ। ਧਰਮ ਦਾ ਬੁਰਕਾ ਪਹਿਨ ਲਿਆ, ਧਰਮ ਦਾ ਨਕਾਬ ਪਹਿਨ ਲਿਆ ਵੀ ਵੇਖਣ ਨੂੰ ਲੱਗੇ ਧਰਮੀ ਤੇ ਅੰਦਰੋਂ ਕੂੜ ਦਾ ਪੁਲੰਦਾ। ਜਿੰਨਾ ਸਿੱਖ ਕੌਮ ਨੂੰ ਭੇਖੀ ਲੋਕਾਂ ਨੇ ਨੁਕਸਾਨ ਪਹੁੰਚਾਇਆ, ਬਾਹਰਲੇ ਲੋਕਾਂ ਨੇ ਇੰਨਾ ਨਹੀਂ ਪਹੁੰਚਾਇਆ। ਦੇਖਣ ਨੂੰ ਤੇ ਸਿੱਖੀ ਸਰੂਪ ਹੈ, ਦੇਖਣ ਨੂੰ ਤੇ ਧਾਰਮਿਕ ਪੁਰਸ਼ ਲੱਗਦਾ ਹੈ, ਪਰ ਧਰਮ ਦੀਆਂ ਜੜ੍ਹਾਂ ਵੱਢਣ ਦੇ ਤੁਲਿਆ ਹੋਇਆ ਹੈ। ਅੱਜ ਦੇ ਯੁੱਗ ਵਿੱਚ ਐਸੇ ਲੋਕਾਂ ਨੇ ਬਹੁਤ ਨੁਕਸਾਨ ਕੀਤਾ। ਖਿਮਾ ਕਰ ਦੇਣਾ, ਮੈਨੂੰ ਮੁਆਫ ਕਰ ਦੇਣਾ। ਜਿਨ੍ਹਾਂ ਨੇ ਨਕਾਬ ਧਰਮ ਦਾ ਪਹਿਨਿਆ ਹੋਇਆ ਤੇ ਅੰਦਰੋਂ ਕਰਮ ਜਿਹੜੇ ਨੇ ਕਰੂਰਤਾ ਵਾਲੇ ਨੇ, ਬਹੁਤ ਕਰੂਰ ਕਰਮ ਨੇ। ਐਸੇ ਸਿੱਖਾਂ ਨੇ ਸਿੱਖ ਜਗਤ ਨੂੰ ਬਹੁਤ ਨੁਕਸਾਨ ਪਹੁੰਚਾਇਆ। ਧਰਮ ਉਹਨਾਂ ਨੇ ਸਾਹਮਣੇ ਰੱਖਿਆ ਅੱਗੇ, ਤੇ ਗੁਰੂ ਸਾਹਿਬ ਜੀ ਨੇ ਕਿਹਾ ਧਰਮ ਉੱਪਰ ਤੇ ਸਿਆਸਤ ਥੱਲੇ। ਧਰਮ ਦੇ ਅਧੀਨ ਸਿਆਸਤ ਰਵੇ, ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਖੜਕਦਾ ਰਵੇ। ਸਿਆਸਤ ਜਿਹੜੀ ਧਰਮ ਤੋਂ ਖਾਲੀ ਨਾ ਹੋਵੇ, ਹੀਣੀ ਨਾ ਹੋਵੇ,
ਤੇ ਅੱਜ ਦੇ ਸਿੱਖ ਨੇ ਧਰਮ ਨੂੰ ਨਕਾਬ ਬਣਾ ਲਿਆ। ਧਰਮ ਦਾ ਨਕਾਬ ਪਹਿਨ ਕੇ ਸਿਆਸਤ ਦੇ ਵਿੱਚ ਵੜ ਕੇ ਆਪਣੇ ਹਿੱਤਾਂ ਦੀ ਖਾਤਰ ਪੰਥ ਨੂੰ, ਮਾਨ ਮਰਿਆਦਾ ਨੂੰ ਦਾਅ ਦੇ ਉੱਤੇ ਲਾ ਦਿੱਤਾ ਹੈ। ਪ੍ਰਵਾਹ ਨਹੀਂ ਕੀਤੀ ਆਪਣੇ ਹਿੱਤਾਂ ਦੇ ਖਾਤਰ। ਜ਼ਿਆਦਾ ਨੁਕਸਾਨ ਭੇਖੀ ਸਿੱਖਾਂ ਨੇ ਕੀਤਾ ਹੈ। ਸਿੱਖ ਵੀ ਭੁਲੇਖਾ ਖਾ ਜਾਂਦਾ ਹੈ। ਜੇ ਕੋਈ ਵੈਰੀ ਦੁਸ਼ਮਣ ਵੀ ਸਿੱਖੀ ਸਰੂਪ ਧਾਰਨ ਕਰਕੇ ਆ ਜਾਂਦਾ ਨਾ ਤਾਂ ਸਿੱਖ ਭੁਲੇਖਾ ਖਾ ਜਾਂਦਾ ਹੈ। ਸਿੱਖ ਨੇ ਪੈਰਾਮੀਟਰ ਹੀ ਐਸਾ ਰੱਖਿਆ ਹੈ ਵੀ ਵੇਖਦਾ ਜਿਹਦੀ ਵੱਡੀ ਬੜੀ ਲੰਬੀ ਦਾੜੀ ਹੈ, ਉੱਤੋਂ ਦੀ ਗਾਤਰਾ ਪਾਇਆ, ਨੀਲਾ ਕਾਲਾ ਦਸਤਾਰਾ ਸਜਾਇਆ, ਸਿੱਖ ਕਹਿੰਦਾ ਸਿੱਖ ਹੀ ਬੜਾ ਵੱਡਾ ਇਹ ਚੋਲਾ ਪਹਿਨਿਆ, ਭਾਵੇਂ ਉਸ ਦੇ ਕਰਮ ਕਿਸ ਤਰ੍ਹਾਂ ਦੇ ਮਰਜ਼ੀ ਹੋਣ। ਸਿੱਖ ਦੀ ਪਹਿਚਾਨ ਕਰਨੀ ਹੈ ਤੇ ਉਸ ਦੇ ਜੀਵਨ ਵਿੱਚੋਂ ਸਿੱਖੀ ਝਲਕੇ, ਸਿੱਖੀ ਦੇ ਗੁਣ ਝਲਕਣ, ਸਿੱਖੀ ਦੇ ਸੁਨਹਿਰੀ ਅਸੂਲ ਉਸ ਦੇ ਜੀਵਨ ਵਿੱਚੋਂ ਦਿਸਣ। ਉਸ ਨੂੰ ਸਿੱਖ ਸਮਝਿਆ ਜਾਣਾ ਚਾਹੀਦਾ। ਸਿੱਖ ਉਸ ਨੂੰ ਨਹੀਂ ਸਮਝ ਲੈਣਾ ਚਾਹੀਦਾ ਜਿਹਨੇ ਵੱਡਾ ਚੋਲਾ ਤੇ ਵੱਡੀ ਦਾੜੀ ਸਾਹਮਣੇ ਪ੍ਰਕਾਸ਼ ਕੀਤੀ, ਉੱਤੋਂ ਗਾਤਰਾ ਪਾ ਲਿਆ, ਨੀਲੀ ਪੀਲੀ ਪੱਗ ਬੰਨ ਲਈ। ਹੋ ਸਕਦਾ ਉਹ ਸਿੱਖ ਜਗਤ ਦਾ ਉਹ ਦੁਸ਼ਮਣ ਹੋਵੇ, ਭੇਖ ਬਣਾ ਕੇ ਹੀ ਸਿੱਖਾਂ ਨੂੰ ਖੁਆਰ ਕਰ ਰਿਹਾ ਹੋਵੇ। ਐਸੇ ਸਿੱਖਾਂ ਨੇ ਸਿੱਖਾਂ ਨੂੰ ਬਹੁਤ ਥੱਲੇ ਲਾ ਦਿੱਤਾ। ਐਸੇ ਭੇਖੀਆਂ ਨੇ ਵਾਹਿਗੁਰੂ। ਸੋ ਗੁਰਮੁਖ ਪਿਆਰਿਓ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖ ਜਗਤ ਨੂੰ ਸਿਆਸਤ ਤੇ ਧਰਮ ਦਾ ਸੁਮੇਲ ਕਰਕੇ ਦਿੱਤਾ। ਤੇ ਸਿੱਖ ਜਗਤ ਦੇ ਅੰਦਰ ਕਈਆਂ ਦਾ ਮੰਨਣਾ ਭਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਦੇ ਅੰਦਰ ਵੀਰ ਰਸ ਪੈਦਾ ਕੀਤਾ। ਨਹੀਂ ਭਾਈ, ਛੇਵੇਂ ਪਾਤਸ਼ਾਹ ਨੇ ਹੀ ਸਿੱਖਾਂ ਦੇ ਅੰਦਰ ਵੀਰ ਰਸ ਪੈਦਾ ਕੀਤਾ ਸੀ। ਛੇਵੇਂ ਪਾਤਸ਼ਾਹ ਜੀ ਨੇ ਹੀ ਸਿੱਖਾਂ ਨੂੰ ਸ਼ਸਤਰ ਧਾਰੀ ਬਣਾਇਆ ਸੀ। ਛੇਵੇਂ ਪਾਤਸ਼ਾਹ ਨੇ ਹੀ ਸਿੱਖਾਂ ਨੂੰ ਜੰਗ ਯੁੱਧ ਦੇ ਕਰਤੱਵ ਸਿਖਾਏ ਸਨ ਅਤੇ ਸ਼ਸਤਰ ਸਦਾ ਹੀ ਆਪਣੇ ਸਰੀਰ ਨਾਲ ਰੱਖਣ ਦੇ ਹੁਕਮ ਦਿੱਤੇ ਸਨ। ਇਹ ਛੇਵੇਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਛੇਵੇਂ ਪਾਤਸ਼ਾਹ ਤੋਂ ਇਹ ਚੱਲਦਾ ਆ ਰਿਹਾ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਕਾਲ ਤਖਤ ਦੀ ਰਚਨਾ ਕੀਤੀ ਤੇ ਸਿੱਖ ਜਗਤ ਨੂੰ ਵੀਰ ਰਸ ਬਖਸ਼ਿਸ਼ ਕੀਤਾ ਤੇ ਸਿੱਖ ਜਗਤ ਦੇ ਅੰਦਰ ਧਰਮ ਅਤੇ ਸਿਆਸਤ ਦਾ ਸੁਮੇਲ ਸਾਹਮਣੇ ਪ੍ਰਗਟ ਕਰ ਦਿੱਤਾ। ਸਿਆਸਤ ਤੇ ਪਹਿਲਾਂ ਵੀ ਵਰਤੀ ਜਾਂਦੀ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਮੈਂ ਪਹਿਲਾਂ ਵੀ ਕਹਿ ਚੁੱਕਾ, ਇਨਕਲਾਬੀ ਸਨ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਕੋਲ ਹਿਮਾਯੂ ਆਉਂਦਾ ਤੇ ਸਤਿਗੁਰੂ ਜੀ ਖੰਡੂਰ ਸਾਹਿਬ ਬੱਚਿਆਂ ਨੂੰ ਕੁਸ਼ਤੀਆਂ ਕਰਵਾ ਰਹੇ ਨੇ। ਹਿਮਾਯੂ ਵੱਲ ਧਿਆਨ ਹੀ ਨਹੀਂ ਦਿੱਤਾ। ਹਿਮਾਯੂ ਦੇ ਮਨ ਵਿੱਚ ਸੀ ਵੀ ਮੈਂ ਜਾਵਾਂਗਾ ਤਾਂ ਮੈਨੂੰ ਬਾਦਸ਼ਾਹ ਵੇਖ ਕੇ ਤੇ ਮੈਨੂੰ ਉੱਠ ਕੇ ਮੇਰਾ ਸਤਿਕਾਰ ਮਾਨ ਕਰਨਗੇ। ਸਤਿਗੁਰੂ ਜੀ ਨੇ ਧਿਆਨ ਹੀ ਨਹੀਂ ਦਿੱਤਾ ਤੇ ਕੋਲ ਆ ਕੇ ਕਿਰਪਾਨ ਨੂੰ ਹੱਥ ਪਾਇਆ। ਸਤਿਗੁਰੂ ਜੀ ਦੇ ਉੱਤੇ ਵਾਰ ਕਰਨ ਵਾਸਤੇ ਸਤਿਗੁਰੂ ਜੀ ਦੇਖ ਕੇ ਕਹਿਣ ਲੱਗੇ ਜਿੱਥੇ ਕਿਰਪਾਨ ਚਲਾਉਣ ਦੀ ਲੋੜ ਸੀ ਉੱਥੋਂ ਤੇ ਭੱਜ ਕੇ ਆ ਗਿਆ, ਗੀਦੀ ਬੁਝਦਿਲ ਬਣ ਕੇ ਆ ਗਿਆ, ਇੱਥੇ ਸਾਡੇ ਉੱਤੇ ਆ ਕੇ ਕਿਰਪਾਨ ਕੱਢਦੇ। ਉਸ ਵੇਲੇ ਹੀ ਹਿਮਾਯੂ ਨੂੰ ਸ਼ਰਮ ਆਈ, ਸ਼ਰਮ ਦੇ ਨਾਲ ਪਾਣੀ ਪਾਣੀ ਹੋ ਗਿਆ। ਇਹ ਕਿਸੇ ਨੂੰ ਕਹਿ ਦੇਣਾ ਇਹ ਕ੍ਰਾਂਤੀਕਾਰੀ ਦਾ ਹੀ ਕੰਮ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਵੀਰ ਰਸ ਮਾਲਾ ਤੇ ਸ੍ਰੀ ਸਾਹਿਬ ਦੋਨੋਂ ਬਖਸ਼ੀਆਂ ਨੇ। ਸੰਤ ਤੇ ਸਿਪਾਹੀ ਛੇਵੇਂ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਬਣਾਇਆ ਹੈ। ਸੋ ਗੁਰਮੁਖ ਪਿਆਰਿਓ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅੱਜ ਅਵਤਾਰ ਪੁਰਬ ਹੈ। ਸਮਾਂ ਹੋ ਗਿਆ ਹੈ। ਇੰਨੇ ਕੁ ਲਫ਼ਜ਼ਾਂ ਦੇ ਨਾਲ ਆਪ ਸੰਗਤਾਂ ਦੇ ਕੋਲੋਂ ਮੈਂ ਖਿਮਾ ਦਾ ਜਾਚ ਕਰਨਾ ਹਾਂ।
क्योंकि विचारा करदियां अनेकां गलतियां हो जांदियां ने। बच्चा जान के, सेवक जान के खिमा कर देना। धन गुरु हरगोबिंद साहिब महाराज जी दे प्रगट दिवस, प्रकाश दिवस दियां समुचे सिख जगत नूं, गुरु साहिब जी नूं, आप संगतां नूं बहुत बहुत मुबारकां। बुलाओ फतेह। वाहिगुरू जी का खालसा, वाहिगुरू जी की फतेह।